ਨੈਕਸਟ ਐਪਲੀਕੇਸ਼ਨ ਹੈ ਪੋਟੈਂਸ਼ੀਓਮੀਟਰ ਦੀ ਟੂ ਕੰਪੇਅਰ EMF ਆਫ ਟੂ ਸੈਲਸ। ਹੁਣ ਇਹਦੇ 'ਚ ਅਸੀਂ ਕੀ ਕਰਨਾ ਹੈ, ਦੋ ਸੈਲਸ ਜਿਹੜੇ ਹੈ ਉਹ ਕਨੈਕਟ ਕਰਾਂਗੇ ਸਰਕਿਟ ਦੇ ਅੰਦਰ ਔਰ ਉਹਨਾਂ ਦੀ EMFs ਨੂੰ ਆਪਸ 'ਚ ਕੰਪੇਅਰ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਪੋਟੈਂਸ਼ੀਓਮੀਟਰ ਦੇ ਲਈ ਅਸੀਂ ਜੋ ਜਰਨਲ ਜੋ ਉਹਦੀ ਬੋਲਦੀ ਹੈ ਡਾਇਗਰਾਮ ਹੈ ਜਾਂ ਸਰਕਿਟ ਹੈ ਉਹ ਅਸੀਂ ਲਗਾ ਦਿੱਤਾ ਵੁਡਨ ਬੋਰਡ। ਇਹ ਹਰ ਇੱਕ ਜਿਹੜੀ ਵੀ ਐਪਲੀਕੇਸ਼ਨ ਹੈ ਹਰ ਇੱਕ 'ਚ ਸਭ ਤੋਂ ਪਹਿਲਾਂ ਅਸੀਂ ਇਹੀ ਡਰਾ ਕਰਨਾ ਹੈ, ਠੀਕ ਹੈ। ਇਸ ਤੋਂ ਬਾਅਦ ਹੁਣ ਅਸੀਂ ਇਹਦੇ 'ਚ ਕੀ ਕਰਨਾ ਹੈ, ਇਹਦੇ 'ਚ ਵੀ ਫਿਰ A ਤੇ B ਟਰਮੀਨਲ ਹੈ, ਜੋ ਉੱਪਰ ਵਾਲੇ ਕਨੈਕਸ਼ਨਸ ਹੈ ਉਹ ਸਾਰੀਆਂ ਐਪਲੀਕੇਸ਼ਨਸ 'ਚ ਸੇਮ ਹੈ। ਤਾਂ ਅਸੀਂ ਉਹ ਦੁਬਾਰਾ ਤੋਂ ਇੱਥੇ ਡਰਾ ਕਰ ਦਿੰਦੇ ਹਾਂ। ਜਿਹੜੇ ਉੱਪਰ ਵਾਲੇ ਸਰਕਿਟ 'ਚ ਹੈ A ਪੁਆਇੰਟ ਤੋਂ ਕਨੈਕਸ਼ਨ ਸਟਾਰਟ ਹੋਏਗਾ। ਇੱਥੇ ਅਸੀਂ ਕੀ ਕਨੈਕਟ ਕਰਨਾ ਹੈ, ਐਮੀਟਰ। ਇੱਥੇ ਨੈਗੇਟਿਵ ਟਰਮੀਨਲ ਹੈ, ਪੋਜ਼ਿਟਿਵ ਟਰਮੀਨਲ ਹੈ, ਉਹ ਅੱਗੇ ਕਾਹਦੇ ਨਾਲ ਕਨੈਕਟਿਡ ਹੈ, ਬੈਟਰੀ ਦੇ ਨਾਲ। ਉਹਦੀ EMF ਹੈ E, ਪੋਜ਼ਿਟਿਵ ਟਰਮੀਨਲ ਬੈਟਰੀ ਦਾ, ਇਹ ਨੈਗੇਟਿਵ ਟਰਮੀਨਲ। ਫਿਰ ਉਸ ਤੋਂ ਬਾਅਦ ਅਸੀਂ ਕੀ ਕਨੈਕਟ ਕਰਦੇ ਹਾਂ, ਰੀਹੋਸਟੈਟ। ਇੱਥੇ ਰੀਹੋਸਟੈਟ ਆ ਜਾਏਗਾ, ਠੀਕ ਹੈ। ਫਿਰ ਉਸ ਤੋਂ ਬਾਅਦ ਅਸੀਂ ਇੱਥੇ ਕੀ ਹੈ, ਇੱਕ ਕੀ ਕਨੈਕਟ ਕਰ ਦਿੰਦੇ ਹਾਂ। ਕੀ ਕਨੈਕਟ ਕਰਨ ਤੋਂ ਬਾਅਦ ਇਹ ਵਾਲੀ ਜਿਹੜਾ ਹੈ ਕਨੈਕਸ਼ਨ ਅੱਗੇ ਜਾ ਕੇ ਕਿੱਥੇ ਆਏਗਾ, B ਟਰਮੀਨਲ 'ਤੇ, ਇਸ ਤਰ੍ਹਾਂ, ਠੀਕ ਹੈ। ਇਹ ਕਨੈਕਸ਼ਨਸ ਹੋ ਗਏ ਸੇਮ ਉਸੇ ਤਰ੍ਹਾਂ ਜਿਹੜੇ ਪਹਿਲਾਂ ਅਸੀਂ ਡਰਾ ਕਰ ਲਏ। ਉਸ ਤੋਂ ਬਾਅਦ ਅਸੀਂ ਜੋ ਨੀਚੇ ਚੇਂਜਸ ਕਰਨੇ ਹੈ ਉਹ ਕਿਸ ਤਰ੍ਹਾਂ ਹੈ ਚੇਂਜਸ ਸਾਡੇ ਕੋਲ। ਅਸੀਂ ਇੱਥੇ ਕੀ ਕਰਨਾ ਹੈ, ਦੋ ਸੈਲਸ ਦੀ EMFs ਨੂੰ ਕੰਪੇਅਰ ਕਰਨਾ ਹੈ। ਤਾਂ ਸਾਨੂੰ ਦੋ ਸੈਲਸ ਤਾਂ ਲਗਾਉਣੇ ਹੀ ਪੈਣਗੇ। ਇੱਕ ਦੀ EMF ਅਸੀਂ E1 ਲੈ ਲਾਂਗੇ, ਦੂਜੇ ਦੀ E2। ਹੁਣ ਉਹ ਦੋ ਸੈੱਲ ਅਸੀਂ ਇੱਥੇ ਕਨੈਕਟ ਕਰਾਂਗੇ ਇਸ ਤਰ੍ਹਾਂ, ਠੀਕ ਹੈ। ਇੱਕ ਇਹ ਵਾਲਾ ਸੈੱਲ ਹੋ ਗਿਆ E1, ਇੱਕ ਸੈੱਲ ਹੋਰ ਅਸੀਂ ਇੱਥੇ ਕਨੈਕਟ ਕਰ ਦਿੱਤਾ E2। ਦੋ ਸੈੱਲ ਹੋ ਗਏ, ਪੋਜ਼ਿਟਿਵ ਟਰਮੀਨਲ ਹੈ, ਨੈਗੇਟਿਵ ਟਰਮੀਨਲ ਹੈ। ਉਸ ਤੋਂ ਬਾਅਦ ਅਸੀਂ ਇੱਥੇ ਇੱਕ 2 ਵੇ ਕੀ ਲਗਾਵਾਂਗੇ, ਜੋ ਮੈਂ ਪਿਛਲੇ ਲੈਕਚਰ 'ਚ ਦੱਸ ਦਿੱਤਾ। 2 ਵੇ ਕੀ 'ਚ 3 ਟਰਮੀਨਲਸ ਹੈ, ਉਹ ਅਸੀਂ ਇਸ ਤਰ੍ਹਾਂ ਇੱਥੇ ਕਨੈਕਟ ਕਰਦੇ, 3 ਟਰਮੀਨਲਸ, ਠੀਕ ਹੈ। ਨੰਬਰ 1 2 3 3 ਟਰਮੀਨਲਸ ਕਨੈਕਟ ਕਰ ਦਿੱਤੇ। ਉਸ ਤੋਂ ਬਾਅਦ ਅਸੀਂ ਕਿਤੇ ਵੀ ਇੱਕ ਟਰਮੀਨਲ, ਮੈਂ ਇਹ ਜਦੋਂ ਵਰਕਿੰਗ ਦੱਸੂਗੀ ਉੱਥੇ ਅਸੀਂ ਕਲੀਅਰ ਕਰ ਲਾਂਗੇ। ਫਿਰ ਅਸੀਂ ਬੋਲਦੇ ਇੱਥੇ ਅਸੀਂ ਕੀ ਲਗਾ ਦਿੱਤਾ, ਇੱਕ ਗਲਵੈਨੋਮੀਟਰ ਲਗਾ ਦਿੱਤਾ। ਇੱਥੇ ਅਸੀਂ ਇੱਕ ਰੈਜ਼ਿਸਟੈਂਸ ਬਾਕਸ ਕਨੈਕਟ ਕਰਨਾ ਹੈ, ਠੀਕ ਹੈ। ਰੈਜ਼ਿਸਟੈਂਸ ਬਾਕਸ ਕਨੈਕਟ ਕਰਨ ਤੋਂ ਬਾਅਦ ਇੱਥੇ ਅਸੀਂ ਕੀ ਹੈ, ਜੋਕੀ ਕਨੈਕਟ ਕਰ ਦਿੱਤੀ। ਜੋਕੀ ਨੂੰ ਇਸ ਤਰ੍ਹਾਂ ਅਸੀਂ ਇਹਦੇ ਉੱਪਰ ਮੂਵ ਕਰਨਾ ਹੈ ਵਾਇਰ ਦੇ ਉੱਪਰ। ਤਾਂ ਇਹ ਹੈ ਸਾਡੇ ਕੋਲ ਜੋ ਕਨੈਕਸ਼ਨਸ ਹੈ ਯੂਜ਼ ਟੂ ਕੰਪੇਅਰ ਦੀ EMF ਆਫ ਟੂ ਸੈਲਸ, ਰਾਈਟ। ਇਹ ਕਨੈਕਸ਼ਨਸ ਅਸੀਂ ਯੂਜ਼ ਕਰਨੇ ਹੈ ਇਹਦੇ 'ਚ। ਔਰ ਇਹ ਦੇਖਣ ਨੂੰ ਜੋ ਕੰਪਲੀਕੇਟਿਡ ਲੱਗਦਾ ਹੈ, ਪਰ ਜਦੋਂ ਅਸੀਂ ਇਹਨੂੰ ਡਰਾ ਕਰਦੇ ਇਟ ਇਜ਼ ਅ ਵੈਰੀ ਸਿੰਪਲ ਸਰਕਿਟ। ਉੱਪਰ ਵਾਲਾ ਦੇਖੋ ਹਰ ਇੱਕ ਐਪਲੀਕੇਸ਼ਨ 'ਚ ਸੇਮ ਹੈ। ਜਦੋਂ ਅਸੀਂ ਬਾਰ-ਬਾਰ ਹਰ ਇੱਕ ਚੀਜ਼ ਨੂੰ ਇਹ ਨਹੀਂ ਸੋਚਣਾ ਕਿ ਇਹ ਤਾਂ ਅਸੀਂ ਕੀਤਾ ਹੈ, ਬਾਰ-ਬਾਰ ਨਹੀਂ ਡਰਾ ਕਰਨਾ। ਤੁਸੀਂ ਬਾਰ-ਬਾਰ ਡਰਾ ਕਰੋ, ਜਿੰਨੀ ਵਾਰੀ ਡਰਾ ਕਰੋਗੇ ਤੁਹਾਨੂੰ ਟਿਪਸ ਤੇ ਹੋ ਜਾਏਗੇ ਕਨੈਕਸ਼ਨਸ। ਔਰ ਨੀਚੇ ਵਾਲੇ ਕਨੈਕਸ਼ਨਸ ਹੀ ਸਿਰਫ ਦੁਬਾਰਾ ਅਸੀਂ ਚੇਂਜ ਕਰ ਰਹੇ ਹਾਂ, ਔਰ ਉਹ ਵੀ ਕੋਈ ਬਹੁਤ ਜ਼ਿਆਦਾ ਚੇਂਜਸ ਨਹੀਂ ਹੈ। ਇੱਥੋਂ ਯਾਦ ਰੱਖੋ ਨਾ ਕਿ ਕਿਉਂਕਿ ਅਸੀਂ ਦੋ ਸੈੱਲ ਹੈ ਤਾਂ ਦੋ ਸੈੱਲ ਤਾਂ ਲੱਗਣਗੇ, ਉਹ ਅਸੀਂ ਇੱਥੇ ਕਨੈਕਟ ਕਰਤੇ। ਹੁਣ ਦੋ ਸੈੱਲ ਹੈ, ਦੋਨੋਂ ਇੱਕੋ ਟਾਈਮ 'ਤੇ ਨਹੀਂ ਚਲਾਣੇ, ਇੱਕ ਟਾਈਮ 'ਤੇ ਇੱਕ ਚਲਾਉਣਾ ਹੈ। ਜੇ ਮੈਂ ਉੱਪਰ ਵਾਲਾ ਸੈੱਲ ਚਲਾਉਣਾ ਹੈ ਤਾਂ ਅਸੀਂ ਇਹ ਵਾਲੀ ਕੀ ਕਲੋਜ਼ ਕਰਤੀ। ਜੇ ਮੈਂ ਨੀਚੇ ਵਾਲਾ ਚਲਾਉਣਾ ਹੈ ਤਾਂ ਇੱਥੇ ਅਸੀਂ ਲਾਈਨ ਲਗਾ ਕੇ ਇਹਨੂੰ ਕਲੋਜ਼ ਕਰ ਦਾਂਗੇ, ਇਹਨੂੰ ਓਪਨ ਕਰ ਦਾਂਗੇ। ਇਸ ਲਈ ਅਸੀਂ 2 ਵੇ ਕੀ ਲਗਾਤੀ। ਗਲਵੈਨੋਮੀਟਰ ਅਸੀਂ ਪਿੱਛੇ ਵੀ ਲਗਾਇਆ ਸੀ, ਇੱਥੇ ਵੀ ਲਗਾਤਾ। ਐਡਜਸਟ ਨਵੀਂ ਚੀਜ਼ ਕੀ ਕੀਤੀ, ਇੱਥੇ ਰੈਜ਼ਿਸਟੈਂਸ ਬਾਕਸ ਨਵਾਂ ਲਗਾਇਆ ਹੈ। ਉਹਨੂੰ ਅਸੀਂ ਦੇਖਦੇ ਹਾਂ ਕਿਸ ਤਰ੍ਹਾਂ ਯੂਜ਼ ਕਰਨਾ ਹੈ। ਉਹ ਅਸੀਂ ਜੇ ਪਿਛਲੇ ਜਿਹੜੇ ਟੌਪਿਕਸ ਜਿਹੜੇ ਕੀਤੇ ਆ ਐਪਲੀਕੇਸ਼ਨਸ, ਉੱਥੇ ਵੀ ਅਸੀਂ ਜੇ ਰੈਜ਼ਿਸਟੈਂਸ ਬਾਕਸ ਲਗਾ ਦਿੰਦੇ ਹਾਂ ਤਾਂ ਕੋਈ ਪ੍ਰੋਬਲਮ ਨਹੀਂ ਹੈ ਉੱਥੇ। ਰੈਜ਼ਿਸਟੈਂਸ ਬਾਕਸ ਦੇ ਨਾਲ ਅਸੀਂ ਸਿਰਫ ਕੀ ਹੈ, ਸਰਕਿਟ 'ਚ ਜੋ ਰੈਜ਼ਿਸਟੈਂਸ ਐਡਜਸਟ ਕਰਨੀ ਹੈ ਤਾਂ ਕਿ ਕਰੰਟ ਜਿਹੜਾ ਹੈ 0 ਹੋ ਜਾਏ, ਗਲਵੈਨੋਮੀਟਰ ਨਲ ਡਿਫਲੈਕਸ਼ਨ ਦੇ। ਇਸੇ ਲਈ ਸਿਰਫ ਰੈਜ਼ਿਸਟੈਂਸ ਬਾਕਸ ਕਨੈਕਟਿਡ ਹੈ, ਤਾਂ ਅਸੀਂ ਪਿਛਲੇ ਜੋ ਸਰਕਿਟਸ ਹੈ ਉਹਦੇ 'ਚ ਵੀ ਕਨੈਕਟ ਕਰ ਸਕਦੇ ਹਾਂ। ਉਸ ਤੋਂ ਬਾਅਦ ਇਹਦੇ 'ਚ ਅਸੀਂ ਦੇਖੋ ਕੀ ਕਰਨਾ ਹੈ, ਇਹਦੀ ਵਰਕਿੰਗ ਕਿਸ ਤਰ੍ਹਾਂ ਅਸੀਂ ਦੇਖਾਂਗੇ। ਵਰਕਿੰਗ 'ਚ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ, ਇਹ ਵਾਲੀ ਕੀ ਨੂੰ ਕਲੋਜ਼ ਕੀਤਾ, ਠੀਕ ਹੈ। ਇਹ ਕੀ ਕਲੋਜ਼ ਕਰਨ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਇੱਥੇ ਇਹ ਵਾਲੀ ਕੀ ਨੂੰ ਕਲੋਜ਼ ਕਰ ਦਿੱਤਾ ਔਰ ਇਹ ਵਾਲੀ ਕੀ ਓਪਨ ਰੱਖੀ। ਇਹਨੂੰ ਓਪਨ ਰੱਖਿਆ ਮਤਲਬ ਆਹ ਵਾਲਾ ਸਰਕਿਟ ਕੰਮ ਨਹੀਂ ਕਰੇਗਾ, ਇੱਥੇ ਕਰੰਟ ਨਹੀਂ ਹੈ। ਹੁਣ ਸਿਰਫ ਇੰਨਾ ਸਰਕਿਟ ਵਰਕਿੰਗ 'ਚ ਹੈ। ਹੁਣ ਅਸੀਂ ਕੀ ਕਰਨਾ ਹੈ, ਇਸ ਤੋਂ ਬਾਅਦ ਇੱਕ ਚੀਜ਼ ਹੋਰ, ਕਦੇ ਵੀ ਕਨੈਕਸ਼ਨਸ ਅਗਰ ਚੈੱਕ ਕਰਨੇ ਹੈ ਕਿ ਕਨੈਕਸ਼ਨ ਅਸੀਂ ਸਹੀ ਲਗਾਏ ਜਾਂ ਗਲਤ, ਤਾਂ ਹਮੇਸ਼ਾ ਆਪੋਜ਼ਿਟ ਐਂਡਸ ਦੇ ਉੱਪਰ ਜੋਕੀ ਨੂੰ ਲਗਾ ਕੇ ਦੇਖੋ। ਜੋਕੀ ਜੋ ਹੈ ਉਹਨੂੰ ਮੈਂ ਇੱਥੇ ਪ੍ਰੈਸ ਕਰਕੇ ਦੇਖੂੰਗੀ, ਮਤਲਬ ਟੱਚ ਕਰਕੇ ਦੇਖਣਾ ਹੈ, ਤਾਂ ਗਲਵੈਨੋਮੀਟਰ ਦੀ ਡਿਫਲੈਕਸ਼ਨ ਇੱਕ ਸਾਈਡ 'ਤੇ ਜਾਏਗੀ, ਜਾਂ ਲੈਫਟ ਜਾਂ ਰਾਈਟ। ਫਿਰ ਉਸ ਤੋਂ ਬਾਅਦ ਅਸੀਂ ਦੂਸਰੇ ਐਂਡ 'ਤੇ
ਲਗਾ ਕੇ ਦੇਖਾਂਗੇ। ਗਲਵੈਨੋਮੀਟਰ ਦੀ ਡਿਫਲੈਕਸ਼ਨ ਆਪੋਜ਼ਿਟ ਡਾਇਰੈਕਸ਼ਨ 'ਚ ਜਾਏਗੀ, ਤਾਂ ਉਹ ਇੱਕ ਚੈੱਕ ਕਰਨ ਦਾ ਤਰੀਕਾ ਹੈ ਕਿ ਜੋ ਅਸੀਂ ਸਰਕਿਟ ਲਗਾਇਆ ਹੈ ਉਹ ਠੀਕ ਹੈ ਜਾਂ ਗਲਤ ਹੈ। ਅਗਰ ਦੋਨਾਂ ਕੇਸਿਸ 'ਚ ਇੱਥੇ ਟੱਚ ਕਰਨ 'ਤੇ ਵੀ ਇੱਕੋ ਡਾਇਰੈਕਸ਼ਨ 'ਚ ਹੈ, ਇੱਥੇ ਟੱਚ ਕਰਨ 'ਤੇ ਵੀ ਇੱਕੋ ਡਾਇਰੈਕਸ਼ਨ 'ਚ, ਇਟ ਮੀਨਸ ਕਿ ਸਾਡੇ ਕਿਤੇ ਕਨੈਕਸ਼ਨ 'ਚ ਪ੍ਰੋਬਲਮ ਹੈ। ਆਪੋਜ਼ਿਟ ਡਾਇਰੈਕਸ਼ਨ 'ਚ ਗਲਵੈਨੋਮੀਟਰ ਜੋ ਹੈ ਡਿਫਲੈਕਟ ਕਰਨੀ ਚਾਹੀਦੀ ਹੈ ਉਹਦੀ ਨੀਡਲ, ਟੂ ਚੈੱਕ ਕਿ ਜੋ ਅਸੀਂ ਸਰਕਿਟ ਲਗਾਇਆ ਹੈ ਉਹ ਕਨੈਕਸ਼ਨਸ ਠੀਕ ਹੈ ਜਾਂ ਗਲਤ ਹੈ। ਇਹ ਸਟਾਰਟਿੰਗ 'ਚ ਹਰ ਇੱਕ ਸਰਕਿਟ 'ਚ ਅਸੀਂ ਚੈੱਕ ਕਰ ਸਕਦੇ ਹਾਂ। ਉਸ ਤੋਂ ਬਾਅਦ ਹੁਣ ਅਸੀਂ ਗੱਲ ਕਰ ਰਹੇ ਸੀ ਇਹ ਵਾਲੀ ਕੀ ਕਲੋਜ਼ ਕੀਤੀ ਔਰ ਇਹ ਵਾਲੀ ਕੀ ਕਲੋਜ਼ ਕਰਨ ਤੋਂ ਬਾਅਦ ਇਹ ਕੰਮ ਨਹੀਂ ਕਰ ਰਿਹਾ। ਹੁਣ ਅਸੀਂ ਕੀ ਕਰਨਾ ਹੈ ਇਹਦੇ ਅੰਦਰ, ਇੱਕ ਤਾਂ ਰੀਹੋਸਟੈਟ ਦੀ ਹੈਲਪ ਨਾਲ ਐਡਜਸਟ ਕਰਨਾ ਹੈ ਕਰੰਟ, ਦੂਸਰਾ ਅਸੀਂ ਇੱਥੇ ਰੈਜ਼ਿਸਟੈਂਸ ਬਾਕਸ ਲਗਾਤਾ। ਇਹਦੇ 'ਚੋਂ ਅਸੀਂ ਕੀਜ਼ ਨੂੰ ਨਿਕਾਲਣਾ ਸ਼ੁਰੂ ਕਰਾਂਗੇ। ਰੈਜ਼ਿਸਟੈਂਸ ਬਾਕਸ ਮੈਂ ਆਲਰੇਡੀ ਦਿਖਾ ਚੁੱਕੀ ਹਾਂ ਤੁਹਾਨੂੰ, ਇਸ ਤਰ੍ਹਾਂ ਦੀ ਇੱਕ ਆਪਰੇਟਸ ਹੈ, ਇਹਦੇ ਉੱਪਰ ਇਸ ਤਰ੍ਹਾਂ ਕੀਜ਼ ਲੱਗੀਆਂ ਹੈ। ਅਸੀਂ ਕੁਝ ਕੀਜ਼ ਨੂੰ ਨਿਕਾਲਦੇ ਜਾਵਾਂਗੇ ਔਰ ਜੋਕੀ ਨੂੰ ਇਸ ਵਾਇਰ ਦੇ ਉੱਪਰ ਮੂਵ ਕਰਦੇ ਜਾਵਾਂਗੇ। ਠੀਕ ਹੈ, ਜਿਹੜਾ ਇੱਕ ਸਿਊਟੇਬਲ ਐਡਜਸਟਮੈਂਟ ਹੋਏਗੀ ਜਿੰਨੀਆਂ ਕੀਜ਼ ਨਿਕਾਲਣ ਦੇ ਉੱਪਰ ਗਲਵੈਨੋਮੀਟਰ ਹੌਲੀ ਹੌਲੀ ਕਰਕੇ 0 ਦੇ ਨੇੜੇ ਆ ਰਿਹਾ ਹੈ, ਉਸ ਹਿਸਾਬ ਨਾਲ ਅਸੀਂ ਐਡਜਸਟ ਕਰਦੇ ਜਾਵਾਂਗੇ ਵੈਲਿਊ ਜਿੰਨੀ ਰੈਜ਼ਿਸਟੈਂਸ ਦੀ ਹੈ, ਤਾਂ ਕਿ ਗਲਵੈਨੋਮੀਟਰ ਜਿਹੜਾ ਹੈ ਹੌਲੀ ਹੌਲੀ ਕਰਕੇ 0 ਤੇ ਆਉਣਾ ਸ਼ੁਰੂ ਹੋਏ। ਜੋਕੀ ਨੂੰ ਮੂਵ ਕਰਦੇ ਜਾਵਾਂਗੇ, ਫਿਰ ਕਿਤੇ ਜਾ ਕੇ ਗਲਵੈਨੋਮੀਟਰ ਬਿਲਕੁਲ 0 ਤੇ ਆ ਜਾਏਗਾ। ਉਹ ਲੈਂਥ ਅਸੀਂ ਜੋ ਹੈ ਨੋਟ ਕਰ ਲਾਂਗੇ ਔਰ ਅਸੀਂ ਕਹਿ ਦਾਂਗੇ ਕਿ E1 ਜੋ ਹੈ ਡਾਇਰੈਕਟਲੀ ਪ੍ਰਪੋਰਸ਼ਨਲ ਟੂ L1, ਮਤਲਬ ਫਸਟ ਸੈੱਲ ਦੀ EMF ਲੈਂਥ ਦੇ ਡਾਇਰੈਕਟਲੀ ਪ੍ਰਪੋਰਸ਼ਨ ਹੈ। ਕਿੰਨੀ ਲੈਂਥ, ਜਿੱਥੇ ਜਾ ਕੇ ਗਲਵੈਨੋਮੀਟਰ ਕਿੰਨੀ ਡਿਫਲੈਕਸ਼ਨ ਦੇ ਦੇਗਾ, ਨਲ ਡਿਫਲੈਕਸ਼ਨ ਦੇ ਦੇਗਾ। ਇਸੇ ਤਰ੍ਹਾਂ ਅਸੀਂ ਕਵਾਂਗੇ ਹੁਣ ਸੈਕਿੰਡ ਕੇਸ 'ਚ ਇੱਥੇ ਓਪਨ ਕਰ ਦਈਏ ਸਰਕਿਟ ਔਰ ਕੀ ਨੂੰ ਅਸੀਂ ਇੱਥੇ ਲਗਾ ਦਾਂਗੇ। ਹੁਣ ਇਹ ਵਾਲਾ ਸਰਕਿਟ ਨਹੀਂ ਫਲੋ ਕਰੇਗਾ, ਹੁਣ ਇਸ ਤਰ੍ਹਾਂ ਸਰਕਿਟ ਫਲੋ ਕਰੇਗਾ ਨੀਚੇ ਵਾਲਾ ਸੈੱਲ। ਫਿਰ ਸੇਮ ਹੀ ਦੁਬਾਰਾ ਅਸੀਂ ਕਰਾਂਗੇ ਪ੍ਰੋਸੀਜਰ, ਕੀ ਨੂੰ ਕਲੋਜ਼ ਕਰ ਦਿੱਤਾ, ਫਿਰ ਅਸੀਂ ਕੀ ਕੀਤਾ, ਰੀਹੋਸਟੇਟ ਔਰ ਰੈਜ਼ਿਸਟੈਂਸ ਬਾਕਸ 'ਚੋਂ ਕੁਝ ਕੀਜ਼ ਨੂੰ ਨਿਕਾਲਾਂਗੇ, ਜੋਕੀ ਨੂੰ ਮੂਵ ਕਰਾਂਗੇ ਵਾਇਰ 'ਤੇ, ਕਿਤੇ ਜਾ ਕੇ ਗਲਵੈਨੋਮੀਟਰ ਜੋ ਹੈ 0 ਤੇ ਆ ਜਾਏਗਾ ਔਰ ਵੈਲਿਊ ਅਸੀਂ ਨੋਟ ਕਰ ਲਾਂਗੇ। ਉਸ ਤੋਂ ਬਾਅਦ ਅਸੀਂ EMF ਕੈਲਕੂਲੇਟ ਕਰਨ ਲਈ E1 ਡਿਵਾਈਡਿਡ ਬਾਈ E2 ਕਰਕੇ L1 ਬਾਏ L2 ਉਹਨਾਂ ਦੀਆਂ ਲੈਂਥ ਦੀਆਂ ਰੇਸ਼ੋਜ਼ ਤੋਂ ਅਸੀਂ ਕੰਪੇਅਰ ਕਰ ਸਕਦੇ ਹਾਂ ਦੋ ਸੈਲਸ ਦੀ EMF ਨੂੰ। ਠੀਕ ਹੈ, ਇਸ ਤੋਂ ਬਾਅਦ ਹੈ ਜੋ ਥਰਡ ਐਪਲੀਕੇਸ਼ਨ ਹੈ ਸਾਡੇ ਕੋਲ, ਦੈਟ ਇਜ਼ ਟੂ ਮੇਜਰ ਦੀ ਇੰਟਰਨਲ ਰੈਜ਼ਿਸਟੈਂਸ ਆਫ ਆ ਸੈੱਲ। ਇਟ ਇਜ਼ ਆ ਇੰਪੋਰਟੈਂਟ ਜੋ ਅਸੀਂ ਇਹਦੀ ਐਪਲੀਕੇਸ਼ਨ ਹੈ, ਕਿਸੇ ਸੈੱਲ ਦੀ ਰੈਜ਼ਿਸਟੈਂਸ ਜਿਹੜੀ ਹੈ, ਇੰਟਰਨਲ ਰੈਜ਼ਿਸਟੈਂਸ ਕਿਸ ਤਰ੍ਹਾਂ ਕੈਲਕੂਲੇਟ ਕਰ ਸਕਦੇ ਹਾਂ। ਇਹਦੇ ਲਈ ਅਸੀਂ ਕੀ ਕਰਨਾ ਹੈ, ਪਹਿਲਾਂ ਸਭ ਤੋਂ ਪਹਿਲਾਂ ਪੋਟੈਂਸ਼ੀਓਮੀਟਰ ਡਰਾ ਕੀਤਾ, ਉਸੇ ਤਰ੍ਹਾਂ ਵੁਡਨ ਜੋ ਬੋਰਡ ਹੈ ਉਹਦੇ ਉੱਤੇ ਵਾਇਰਸ ਦੇ 4 ਸੈਗਮੈਂਟ ਲਗਾ ਕੇ ਇਹਨੂੰ ਅਸੀਂ ਸਟਾਰਟ ਕਰਾਂਗੇ। ਇਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਇਹ ਵਾਲਾ A ਟਰਮੀਨਲ ਹੈ, ਇਹ ਸਾਡੇ ਕੋਲ B ਟਰਮੀਨਲ, ਉੱਪਰ ਵਾਲੇ ਕਨੈਕਸ਼ਨਸ ਅਗੇਨ ਬਿਲਕੁਲ ਸੇਮ ਹੈ, ਤਾਂ ਅਸੀਂ ਉਹ ਕਨੈਕਟ ਪਹਿਲਾਂ ਕਰ ਦਿੰਦੇ ਹਾਂ। ਇੱਥੋਂ ਸਟਾਰਟ ਕਰਨਾ ਹੈ A ਪੁਆਇੰਟ ਤੋਂ। ਠੀਕ ਹੈ, ਇੱਥੇ ਅਸੀਂ ਐਮੀਟਰ ਲਗਾਤਾ, ਨੈਗੇਟਿਵ ਪੋਜ਼ੀਟਿਵ ਐਮੀਟਰ ਦਾ। ਫਿਰ ਉਸ ਤੋਂ ਬਾਅਦ ਅਸੀਂ ਬੈਟਰੀ ਕਨੈਕਟ ਕਰ ਦਿੱਤੀ, ਪੋਜ਼ੀਟਿਵ ਟਰਮੀਨਲ ਹੈ, ਨੈਗੇਟਿਵ ਟਰਮੀਨਲ ਹੈ। ਇਸ ਤੋਂ ਬਾਅਦ ਰੀਹੋਸਟੈਟ ਹੈ ਸਾਡੇ ਕੋਲ, ਫਿਰ ਰੀਹੋਸਟੈਟ ਦੇ ਨਾਲ ਅਸੀਂ ਇੱਕ ਕੀ ਕਨੈਕਟ ਕਰ ਦਿੱਤੀ। ਠੀਕ ਹੈ ਜੀ, ਫਿਰ ਇਸ ਤੋਂ ਬਾਅਦ ਇਹ ਸਾਡੇ ਕੋਲ ਅੱਗੇ ਜਾ ਕੇ B ਟਰਮੀਨਲ ਦੇ ਨਾਲ ਕਨੈਕਟ ਹੋ ਜਾਏਗਾ। ਇਹ ਹੋ ਗਿਆ ਸਾਡੇ ਕੋਲ। ਉਸ ਤੋਂ ਬਾਅਦ ਨੀਚੇ ਜੋ ਅਸੀਂ ਚੇਂਜਸ ਕਰਨੇ ਹੈ, ਜਿਹੜੇ ਵੀ ਸੈੱਲ ਦੀ ਇੰਟਰਨਲ ਰੈਜ਼ਿਸਟੈਂਸ ਫਾਈਂਡ ਆਊਟ ਕਰਨੀ ਹੈ, ਸਭ ਤੋਂ ਪਹਿਲਾਂ ਉਹ ਸੈੱਲ ਲਗਾਤਾ, ਉਹਦੀ EMF ਸਪੋਜ਼ E ਹੈ, ਇੱਕ ਗਲਵੈਨੋਮੀਟਰ ਜਿੱਦਾਂ ਪਿੱਛੇ ਲਗਾਇਆ ਸੀ, ਇੱਕ ਰੈਜ਼ਿਸਟੈਂਸ ਬਾਕਸ ਲਗਾ ਦਿੱਤਾ ਉਸੇ ਤਰ੍ਹਾਂ ਜਿੱਦਾਂ ਪਿੱਛੇ ਲਗਾ ਕੇ ਚੱਲੇ ਹਾਂ ਅਸੀਂ। ਫਿਰ ਉਹਦੇ ਨਾਲ ਜੋਕੀ ਨੂੰ ਅਟੈਚ ਕਰ ਦਿੱਤਾ ਅਸੀਂ। ਠੀਕ ਹੈ, ਇੱਥੇ ਇੱਕ ਨਵੀਂ ਚੀਜ਼ ਅਸੀਂ ਇੱਥੇ ਕੀ ਕਨੈਕਟ ਕਰਨੀ ਹੈ, ਇੱਥੇ ਇੱਕ ਹੋਰ ਰੈਜ਼ਿਸਟੈਂਸ ਬਾਕਸ ਜਿਹਨੂੰ ਅਸੀਂ ਕੀ ਬੋਲਦੇ ਹਾਂ, ਸ਼ੰਟ ਰੈਜ਼ਿਸਟੈਂਸ ਬਾਕਸ। ਸ਼ੰਟ ਅਤੇ ਰੈਜ਼ਿਸਟੈਂਸ ਬਾਕਸ 'ਚ ਕੀ ਫ਼ਰਕ ਹੈ, ਰੈਜ਼ਿਸਟੈਂਸ ਬਾਕਸ ਜਿਹੜਾ ਹੈ ਉਹਦੇ 'ਚ ਜ਼ਿਆਦਾ ਕੰਬੀਨੇਸ਼ਨ ਆਫ ਰੈਜ਼ਿਸਟੈਂਸਿਸ ਹੈ। ਸ਼ੰਟ ਜਿਹੜਾ ਹੈ ਰੈਜ਼ਿਸਟੈਂਸ ਬਾਕਸ ਦੇ ਕੰਪੈਰੀਜ਼ਨ 'ਚ ਅਸੀਂ ਸਮੋਲ ਰੈਜ਼ਿਸਟੈਂਸ ਦੀਆਂ ਵੈਲਿਊਜ਼ ਦੀ ਗੱਲ ਕਰਾਂਗੇ। ਇਹਦੇ 'ਚ ਲਾਰਜ ਵੈਲਿਊ ਆਫ ਰੈਜ਼ਿਸਟੈਂਸਿਸ ਹੈ, ਸ਼ੰਟ 'ਚ ਸਮੋਲ ਵੈਲਿਊਜ਼ ਆਫ ਰੈਜ਼ਿਸਟੈਂਸਿਸ ਹੋਏਗੀ ਔਰ ਇਹ ਬਾਕਸ ਥੋੜ੍ਹਾ ਛੋਟਾ ਹੋਏਗਾ। ਇਹਦੇ ਨਾਲ ਇੱਕ ਹੋਰ ਕੀ ਅਸੀਂ ਇੱਥੇ ਅਟੈਚ ਕਰਤੀ, ਸਪੋਜ਼ ਕੀ ਦਾ ਨਾਮ ਹੈ K2, ਇਸ ਤਰ੍ਹਾਂ। ਠੀਕ ਹੈ, ਇਹ ਹੈ ਸਾਡੇ ਕੋਲ ਜੋ ਕਨੈਕਸ਼ਨਸ ਯੂਜ਼ ਕਰਨੇ ਹੈ ਟੂ ਮੈਜਰ ਦੀ ਇੰਟਰਨਲ ਰੈਜ਼ਿਸਟੈਂਸ ਆਫ ਦੀ ਸੈੱਲ। ਇਹਦੇ 'ਚ ਹੁਣ ਅਸੀਂ ਇਹਦੀ ਵਰਕਿੰਗ ਦੇ ਵਿੱਚ ਕੀ ਕਰਨਾ ਹੈ, ਸਭ ਤੋਂ ਪਹਿਲਾਂ ਕੀ ਕਰਨਾ, ਅਸੀਂ ਜੋ ਇਹ ਵਾਲੀ ਕੀ ਨੂੰ ਓਪਨ ਰੱਖਣਾ ਹੈ,
ਠੀਕ ਹੈ। ਇਹ ਵਾਲੀ ਕੀ ਨੂੰ ਓਪਨ ਰੱਖਣ ਦਾ ਮਤਲਬ ਇਸ ਵਾਲੀ ਸ਼ੰਟ ਦੇ ਵਿੱਚ ਜਾਂ ਇਸ ਵਾਇਰ ਦੇ ਵਿੱਚ ਕੋਈ ਵੀ ਕਰੰਟ ਫਲੋ ਨਹੀਂ ਕਰੇਗਾ, ਮਤਲਬ ਸਿਰਫ ਇੰਨਾ ਪੋਰਸ਼ਨ ਐਕਟਿਵ ਹੈ, ਨੀਚੇ ਵਾਲਾ ਪੋਰਸ਼ਨ ਜਿਹੜਾ ਹੈ ਓਪਨ ਹੈ, ਇਹਦੇ 'ਚ ਕੋਈ ਵੀ ਕਰੰਟ ਫਲੋ ਨਹੀਂ ਕਰ ਰਿਹਾ। ਹੁਣ ਅਸੀਂ ਕੀ ਕਰਨਾ ਹੈ, ਇਹ ਵਾਲੀ ਕੀ ਨੂੰ ਕਲੋਜ਼ ਕੀਤਾ। ਇਹ ਕੀ ਕਲੋਜ਼ ਕਰਨ ਦੇ ਨਾਲ ਕੀ ਹੋਏਗਾ, ਸਾਡੇ ਕੋਲ बैटरी जो है ਉਹਦੇ ਨਾਲ कुछ पोटेंशियल डिफरेंस सैटअप हो जाएगा और रेजिस्टेंस बॉक्स ਤੇ ਰੀਹੋਸਟੈਟ ਦੀ ਹੈਲਪ ਦੇ ਨਾਲ ਅਸੀਂ ਕਰੰਟ ਦੀਆਂ ਵੈਲਿਊਜ਼ ਨੂੰ ਕੀ ਕਰਨਾ ਹੈ, ਐਡਜਸਟ ਕਰਨਾ ਹੈ। ਠੀਕ ਹੈ, ਇਹਦੇ ਚੋਂ ਅਸੀਂ ਕੁਝ ਕੀਜ਼ ਨੂੰ ਨਿਕਾਲਾਂਗੇ ਰੈਜ਼ਿਸਟੈਂਸ ਬਾਕਸ ਚੋਂ ਔਰ ਰੀਹੋਸਟੈਟ ਦੇ ਬਾਕਸ ਨੂੰ ਮੂਵ ਕਰਨਾ ਸ਼ੁਰੂ ਕਰਾਂਗੇ ਤਾਂ ਕਿ ਗਲਵੈਨੋਮੀਟਰ ਜਿਹੜਾ ਹੈ ਉਹ ਨਲ ਡਿਫਲੈਕਸ਼ਨ ਦੇਣੀ ਸ਼ੁਰੂ ਕਰੇ ਔਰ ਨਾਲ ਅਸੀਂ ਜੋਕੀ ਨੂੰ ਮੂਵ ਕਰਦੇ ਜਾਵਾਂਗੇ। ਕਿਤੇ ਜਾ ਕੇ ਜੈਂਟਲੀ ਜਦੋਂ ਅਸੀਂ ਇਸ ਵਾਇਰ ਤੇ ਮੂਵ ਕਰਦੇ ਹਾਂ ਤਾਂ ਗਲਵੈਨੋਮੀਟਰ ਦੀ ਡਿਫਲੈਕਸ਼ਨ ਕੀ ਹੋ ਜਾਏਗੀ, ਨਲ ਦੈਟ ਇਜ਼ 0। ਠੀਕ, ਉਹ ਵੈਲਿਊ ਅਸੀਂ ਇੱਥੇ ਕੀ ਕਰਨੀ ਹੈ, ਨੋਟ ਕਰਨੀ ਹੈ। ਸਭ ਤੋਂ ਪਹਿਲਾਂ ਸਪੋਜ਼ ਸਾਡੇ ਕੋਲ ਉਹ ਵੈਲਿਊ ਆ ਜਾਏਗੀ ਕੁਛ ਇਸ ਤਰ੍ਹਾਂ, E इज़ इक्वल्स टू ਜਾਂ डायरेक्टली प्रोपोर्शनल टू L1। ठीक, उस तो बाद असी की करना है सैकेंड केस च, हुण असी ये वाली की नू भी क्लोज कर दिता। इस की नू क्लोज करन दे बाद असी की करना है, हुण इस शंट वाले बॉक्स चों कीज़ नू निकालांगे। वो कीज़ नू निकाल के फिर जॉकी नू असी मूव करना है इस वायर दे उपर, फिर किते जाके गलवैनोमीटर की देगा, नल डिफलैक्शन देगा, वो असी नोट डाउन कर लांगे कितनी वैल्यू है लेंथ दी और असी कह देंगे नाउ V इज़ डायरेक्टली प्रोपोर्शनल टू L2। ठीक है जी, ये हो जाएगा। सब तो पहला साडे कोल जदों नहीं असी कनैक्ट किया सी ये वाली शंट तो असी इन्नी EMF नोट की। हुण असी कह दिंदे कि पोटेंशियल ड्रॉप इन्ना हो गया V और लेंथ कितनी हो गई L2। हुण उस तो बाद असी इन्हां दी रेशो अगर लैके चलते हैं तो साडे कोल E बाय V साडे कोल कितना आ जाएगा, L1 बाय L2। फिर असी देखांगे इंटरनल रेजिस्टेंस कैलकुलेट करन दा एक फॉर्मूला असी पिछले टॉपिक्स च कीता है, R इज़ इक्वल टू E बाय V माइनस 1 इंटू इत्थे रेजिस्टेंस है, अगर रेजिस्टेंस इत्थे कितनी यूज़ की शंट S, असी इत्थे S लगा दिता। फिर हुण असी इत्थे की पुट कर सकते हैं E बाय V की जगह ते, E बाय V की जगह ते असी इत्थे की पुट कर देंगे L1 बाय L2 माइनस 1 हो जाएगा और नाल की है शंट रजिस्टेंस जिहड़ी है असी मल्टीप्लाई कर दी ये तो ये जो है एक मैथड है टू फाइंड दी इंटरनल रजिस्टेंस ऑफ एन सेल। अगर साडे कोल EMF E या पोटेंशियल डिफरेंस V जो है नहीं है तो असी लेंथ दी हेल्प नाल भी इंटरनल रजिस्टेंस नू कैलकुलेट कर सकते हैं।